ਬੇਬੀ ਨੇ 7ਵੀਂ ਦੀਆਂ ਕੁੜੀਆਂ ਨੂੰ ਹੋਮਵਰਕ ਲਿਖਾਇਆ ਤੇ ਜ਼ਿੰਦਗੀ ਦੇ ਇੱਕ ਹੋਰ ਪਹਾੜ ਦੇਣ ਦੀ ਲਾਸ਼ ਦਫਨਾਉਣ ਵਾਸਤੇ ਘਰ ਵੱਲ ਟੁਰ ਪਈ। ਜਦੋਂ ਉਹ ਯੂਨੀਵਰਸਿਟੀ MA ਕਰ ਰਹੀ ਸੀ, ਉਹਦੇ ਵਾਲ ਕਾਲੇ ਰੇਸ਼ਮ ਦੇ ਦਰਿਆ ਸੀ, ਜਿਨ੍ਹਾਂ ਵਿਚਕਾਰ ਪੂਰਾ ਖਿੜਿਆ ਕਲੇਜੀ ਕਾਲਾ ਗੁਲਾਬ ਮੁੱਖ ਸੀ। ਜਦੋਂ ਬੁੱਲਾਂ ਦੀ ਕਮਾਨ ਤੇ ਮੁਸਕਾਨਾਂ ਦਾ ਤੀਰ ਚੜ੍ਹਨਾ ਤੇ ਕਾਲੇ ਰੰਗ ਦੇ ਬਾਵਜੂਦ ਇੰਜ ਲੱਗਣਾ ਜਿਵੇਂ ਪਰਬਤ ਪਿੱਛੋਂ ਸੂਰਜ ਦੀਆਂ ਰਿਸ਼ਮਾਂ। ਪਰ ਹੁਣ ਦਰਿਆਵਾਂ ਵਿੱਚ ਰੇਤ ਚਮਕਣ ਲੱਗ ਪਈ ਸੀ, ਜਿਹੜੀ ਇੰਜ ਛਾਲਾਂ ਮਾਰ-ਮਾਰ ਵੱਧ ਰਹੀ ਸੀ ਜਿਵੇਂ ਕਾਨਿਆਂ ਦੀ ਅੱਗ। ਹੁਣ ਗੁਲਾਬ ਦੇ ਅੰਦਰ ਕੋਈ ਅਮਰ ਬੇਲ ਖਿਲਰ ਗਈ ਸੀ, ਪਰ ਹੋਠਾਂ ਦੀ ਮੁਸਕਾਨ ਦੇ ਤੀਰ ਅੱਜ ਵੀ ਉਵੇਂ ਅੰਨ੍ਹੇਵਾਹ ਚੱਲਦੇ। ਬਸ ਪਰਬਤ ਪਿੱਛੋਂ ਰਿਸ਼ਮਾਂ ਅੱਜ ਦੀ ਕਨੇਰੀਆਂ ਚਮਕਦੀਆਂ ਦਮਕਦੀਆਂ ਸਨ, ਪਰ ਨਿੱਘ ਦੂਰ ਦੁਰਾੜੇ ਕੋਰੇ ਕਿੱਕਰ ਵਿੱਚ ਹੀ ਰਹਿ ਗਈ ਸੀ। ਕਦੇ ਕਦੇ ਉਹ ਦਹਿਲ ਜਾਂਦੀ ਕਿ ਹਰ ਖਾਬ ਕਿਆਰੀ ਰੇਤ ਹੋ ਰਹੀ ਹੈ। MA ਦੀ ਰੱਦੀ ਡਿਗਰੀ ਤੇ ਫੇਰ ਵੀ ਹਾਈ ਸਕੂਲ ਦੀ ਲਹੂ ਚਟਦੀ ਉਸਤਾਨੇਗਿਰੀ। 17ਵਾਂ ਗ੍ਰੇਡ ਕਿਹੜਾ ਹਵਾ ਦਾ ਬੁੱਲਾ ਹੈ ਜਿਹਨੂੰ ਹਰ ਕੋਈ ਫੱਕ ਲਵੇ। ਉਹਦੀਆਂ ਬੇਅੰਤ ਸੋਚਾਂ ਦਾ ਸਾਹ ਘੁੱਟਿਆ ਜਾਂਦਾ ਸੀ। ਉਹਨੂੰ ਲੱਗਦਾ ਜਿਵੇਂ 7 ਸਮੁੰਦਰ ਰੇਤ ਹੋ ਉਹਦੇ ਵਜੂਦ ਤੇ ਖਿਲ ਰਹੇ ਹੋਣ। ਦਿਨਾਂ ਦੀ ਪੀਲੀ ਰੇਤ, ਰਾਤਾਂ ਦੀ ਕਾਲੀ ਰੇਤ ਤੇ ਸੋਨੇ ਤੇ ਸੁਹਾਗਾ, ਮਹਿੰਦੀ ਦਾ ਮੁਸ਼ਕ, ਘਰ ਸਕੂਲ, ਘਰ ਕਬੂਤਰ, ਕਬੂਤਰੀ ਦੇ ਅੱਧ ਟੁੱਟੇ ਆਂਡੇ, ਪੈਨਸ਼ਨਦਾਰ ਵਾਲਦ ਜਿਨੇ ਵੱਡੇ ਵੱਡੇ ਰਜਿਸਟਰਾਂ ਤੇ ਟਾਈਪ ਰਾਈਟਰਾਂ ਨੂੰ ਮਾਸ ਦੀ ਬੋਟੀ ਬੋਟੀ ਖਵਾ ਕੇ ਐਨੇ ਕੁ ਮਕਨਾਤੀਸੀ ਕਾਗਜ਼ ਖਿੱਚ ਲਏ ਸਨ ਕਿ ਆਪਣੇ ਮਨ ਸੁਖ ਨੈਣ ਸੁਖ ਬੇਬੀ ਨੂੰ MA ਕਰਾ ਦਿੱਤਾ ਸੀ। ਹੋਰ ਉਹ ਕੀ ਕਰਦਾ, ਫਾਹੇ ਲੱਗ ਜਾਂਦਾ। ਜੇ ਉਹ ਆਪਣੇ 3 ਕਮਰਿਆਂ ਦਾ ਖੋਲਾ ਹੁੰਦੇ ਮਕਾਨ, ਆਪਣੀ ਬੱਕਰੀ ਤੇ ਜ਼ੰਗਾਲੀ ਸਾਈਕਲ ਦੇ ਨਾਲ ਆਪਣੀਆਂ 40 ਵਰਿਆਂ ਦੀ ਨਵਾਜ਼ਾਂ ਵੀ ਗਹਿਣੇ ਪਾ ਦਿੰਦਾ, ਤਾਂ ਵੀ ਆਪਣੀ ਲਾਡਲੀ ਲੜਕੀ ਬੇਬੀ ਨੂੰ ਦਾਜ 'ਚ ਫਰਿੱਜ TV ਨਹੀਂ ਸੀ ਦੇ ਸਕਦਾ। ਕਿਧਰੇ ਕੋਈ ਨਵਾਂ ਮਕਾਨ ਬਣ ਰਿਹਾ ਹੁੰਦਾ ਸੀ, ਜਾਂ ਜਦੋਂ ਕਿਸੇ ਆਪਣੇ ਵਰਗੇ ਕਲਰਕ ਦੇ ਘਰ ਅੱਗੇ ਕਨਾਤਾਂ ਅੰਦਰੋਂ ਰੋਸਟ ਦੀਆਂ ਖੁਸ਼ਬੂਆਂ ਡੈਨਾ ਤਰ੍ਹਾਂ ਹਵਾ 'ਚ ਉੱਡ ਰਹੀਆਂ ਹੁੰਦੀਆਂ ਸਨ, ਤੇ ਉਹ ਪਾਗਲ ਹੋ ਜਾਂਦਾ ਸੀ ਕਿ ਲੋਕਾਂ ਕੋਲ ਕਿਹੜਾ ਅਲਾਦੀਨ ਦਾ ਚਿਰਾਗ। ਬੇਬੀ ਨਾਲ ਉਹਦਾ ਪਿਆਰ ਤੇ ਇਤਨਾ ਹੀ ਗੂੜਾ ਸੀ ਜਿੰਨਾ ਕਿਸੇ ਸ਼ਾਇਰ ਦਾ ਆਪਣੀ ਪਹਿਲੀ ਨਜ਼ਮ ਨਾਲ ਹੁੰਦਾ ਹੈ। ਪਰ ਬੇਬੀ ਇਕੱਲੀ ਨਹੀਂ ਸੀ, ਉਸ ਤੋਂ 2 ਥਾਂ ਛੋਟੀ ਉਸੇ ਵਰਗੀ ਇੱਕ ਦੁੱਖਾਂ ਦੀ ਸ਼ਰਮ ਬੂਟੀ ਹੋਰ ਵੀ ਸੀ, ਰਾਸ਼ਦਾ, ਜਿਹੜੀ 2 ਗੁੱਤਾਂ ਵਿੱਚ ਲਾਲ ਰਿਬਨ ਬੰਨ੍ਹ ਕੇ ਬੜੀ ਬੇਫਿਕਰੀ ਨਾਲ ਟੈਂਸ ਯਾਦ ਕਰਕੇ ਸਕੂਲ ਪੜ੍ਹਨ ਜਾਂਦੀ ਸੀ। ਉਹ ਵੀ ਥਲ ਦੇ ਕਿਸੇ ਆਪ ਮੁਹਾਰੇ ਬੂਟੇ ਤਰ੍ਹਾਂ ਇੰਜ ਨਿਸਰ ਰਹੀ ਸੀ ਜਿਹਨੂੰ ਇਹ ਪਤਾ ਹੀ ਨਹੀਂ ਹੁੰਦਾ ਕਦੋਂ ਕੋਈ ਵਾਹ ਵਰੋਲਾ ਆਪਣਾ ਅੰਨਾ ਰੰਬਾ ਮਾਰ ਕੇ ਉਹਨੂੰ ਜੜੋਂ ਉਡਾ ਕਿੱਥੇ ਸੱਟ ਜਾਵੇ। ਕਦੇ ਬੇਬੀ ਵੀ ਐਵੇਂ ਲਾਲ ਰਿਬਨ ਸਜਾ ਕੇ ਚਿੱਟੀ ਚਾਦਰ ਦੀ ਬੁੱਕਲ ਮਾਰ ਕੇ ਪੜ੍ਹਨ ਜਾਂਦੀ ਸੀ, ਬਲਕਿ ਨਹੀਂ, ਉਹਨੂੰ ਉਹਦੇ ਅੱਬੂ ਦਫ਼ਤਰ ਜਾਵਣ ਲੱਗੇ ਸਾਈਕਲ ਤੇ ਲੈ ਜਾਂਦੇ ਸੀ ਤੇ ਨਾਲ ਲਿਆਉਂਦੇ ਸੀ। ਰਾਹ ਵਿੱਚ ਉਹ ਰੋਜ਼ ਇੰਬਲੀ ਲਈ ਜ਼ਿੱਦ ਕਰਦੀ ਤੇ ਉਹ ਉਹਨੂੰ ਲੜਦੇ ਕਿ ਖੰਘ ਅੱਗੇ ਸੌਣ ਨਹੀਂ ਦਿੰਦੀ, ਤੇ ਉਹ ਬ੍ਰੇਕਾਂ ਫੜ ਕੇ ਰੁੱਸ ਜਾਂਦੀ। ਇੰਬਲੀ ਨਾਲ ਖੰਘ ਹੁੰਦੀ ਏ, ਟਾਫੀਆਂ ਨਾਲ ਕੀੜਾ ਲੱਗਦਾ ਏ, ਗੋਲੀਆਂ 'ਚ ਸਕਰੀਨ ਰਲੀ ਏ, ਫਿਰ ਬੇਬੀ ਕੀ ਜ਼ਹਿਰ ਖਾਵੇ। ਤੇ ਉਹਦੀਆਂ ਨਿੱਕੀਆਂ ਨਿੱਕੀਆਂ ਰੋਣ ਹਾਕੀਆਂ ਅੱਖੀਆਂ ਅੱਗੇ ਅੱਬੂ ਬੇਬਸ ਹੋ ਕੇ ਤਿੰਨੋਂ ਚੀਜ਼ਾਂ ਲੈ ਦਿੰਦੇ। ਉਸ ਤੋਂ 3 ਸਾਲ ਛੋਟਾ ਇੱਕ ਸੋਹਣਾ ਸੁਨੱਖਾ ਭਰਾ ਵੀ ਸੀ, ਜਿਹਦਾ ਰੰਗ ਬੇਬੀ ਦੇ ਪੁੱਟ ਪਰਬਤ ਤੇ ਪਈ ਬਰਫ਼ ਵਰਗਾ ਸੀ। ਇੱਕ ਐਸਾ ਬੂਟਾ ਜਿਹੜਾ ਅਜੇ ਫਲ ਤੇ ਕੀ ਛਾਂ ਵੀ ਨਹੀਂ ਦੇ ਸਕਦਾ। ਪਰ ਬੇਬੀ ਉਹਨਾਂ ਬੰਦਿਆਂ ਵਿੱਚੋਂ ਸੀ ਜਿਹੜੇ ਦੁੱਖਾਂ ਦੀ ਅੱਗ ਤੇ ਹਾਸਿਆਂ ਦੇ ਐਨੇ ਕੱਖ ਛੱਡਦੇ ਨੇ ਕਿ ਇੱਕ ਵਾਰੀ ਤੇ ਉਹ ਅੱਗ ਨੱਪੀ ਜਾਂਦੀ ਹੈ।
ਕੱਲਿਆਂ ਭਾਵੇਂ ਭਾਂਬੜ ਚੀਖਾਂ ਤਰ੍ਹਾਂ ਬਲੇ ਭਾਵੇਂ ਬਾਲੇ। ਕਾਲਜ, ਯੂਨੀਵਰਸਿਟੀ, ਨਹਿਰ, ਯਾਦਾਂ ਦੇ ਸੁੰਬਲ, ਨੌਕਰੀ, ਪਰ ਕੁਝ ਨਹੀਂ ਹੋਇਆ। ਕੁਝ ਵੀ ਤਾਂ ਨਹੀਂ ਹੋਇਆ, ਬਸ ਰੇਤ ਖਿਲਰਦੀ ਰਹੀ, ਵੱਧਦੀ ਰਹੀ। ਉਹ ਹਰ ਦਿਨ ਦੀ ਸਜਰੀ ਲਾਸ਼ ਆਪਣੇ ਅੰਦਰ ਪੂਰ ਛੱਡਦੀ। ਉਹ ਫੁੱਟਦਿਆਂ ਉੱਠਣਾ, ਚਾਹ ਬਣਾ ਕੇ ਵਜ਼ੂ ਦਾ ਪਾਣੀ ਅੱਬੂ ਅੰਮੀ ਨੂੰ ਦੇ ਕੇ ਆਪ ਨਮਾਜ਼ ਪੜ੍ਹਨੀ, ਨਾਸ਼ਤਾ ਰੱਖ ਕੇ ਰਾਸ਼ਦਾ ਨੂੰ ਉਠਾਣਾ, ਚਾਹ ਦੀ ਪਿਆਲੀ ਸੱਟ, ਸਕੂਲ, ਅੱਗ, ਚੁੱਲ੍ਹਾ, ਧੂਆਂ, ਰੇਤ। ਪਰ ਬੇਬੀ ਗੱਲ-ਗੱਲ ਤੇ ਕੁੜੀਆਂ ਨੂੰ ਲਤੀਫੇ ਸੁਣਾ ਰਹੀ ਹੈ। ਮਿਸਾਂ ਨਾਲ ਬੈਤ ਬਾਜ਼ੀ ਦੇ ਮੁਕਾਬਲੇ, ਹਾਸਾ ਰੌਲਾ, ਜੀਵਨ ਨੂੰ ਧੱਕਾ। ਤਨਖਾਹ 'ਚੋਂ ਹਰ ਵਾਰੀ 60 ਦੇ ਬੌਂਡ ਲੈਣੇ, ਇਨਾਮ ਕਿਸੇ ਹੋਰ ਦਾ ਨਿਕਲਦਾ ਜਾਂ ਐਲਾਨ ਤੋਂ ਪਹਿਲਾਂ ਹੀ ਬੌਂਡ ਵਿਕ ਜਾਂਦੇ। ਆਖਿਰ ਅੱਬੂ ਨੇ ਉਹਦੇ ਲਈ ਕੀ ਨਹੀਂ ਸੀ ਕੀਤਾ। ਉਹ ਅੱਬੂ ਦੇ ਮੋਢਿਆਂ ਨਾਲ ਮੋਢਾ ਕਿਉਂ ਨਾ ਜੋੜਦੀ। ਇਹ ਵੀ ਖਾਦੇ ਸ਼ਤੀਰ ਹੇਠ ਥੰਮੀ ਨਾ ਦੇਵੋ ਤੇ ਛੱਤ ਡਿੱਗ ਪੈਂਦੀ ਹੈ। ਛੱਤ ਡਿੱਗ ਪਵੇ ਤੇ ਬੰਦੇ ਥੱਲੇ ਆ ਜਾਂਦੇ ਨੇ। ਰਾਤ ਨੂੰ ਉਹ ਮੋਟੀਆਂ-ਮੋਟੀਆਂ ਕਿਤਾਬਾਂ ਪੜ੍ਹਦੀ। ਕਿਤਾਬਾਂ ਦੇ ਢੇਰ ਲੱਗਦੇ ਗਏ, ਪਰ ਖਬਰੇ ਉਹਦੇ ਦਿਲ ਦੇ ਰੋਗ ਦਾ ਦਾਰੂ ਕਿਸੇ ਕਿਤਾਬ ਵਿੱਚ ਨਹੀਂ ਸੀ ਲਿਖਿਆ, ਜਾਂ ਕਿਸੇ ਦੇ ਦਿਲ ਦੇ ਰੋਗ ਦਾ ਦਾਰੂ ਕਿਸੇ ਕਿਤਾਬ ਵਿੱਚ ਵੀ ਨਹੀਂ ਹੁੰਦਾ। ਜਦੋਂ ਦੇ ਉਹਦੇ ਭਰਾ ਨੇ ਕਬੂਤਰ ਰੱਖੇ ਸਨ, ਬੇਬੀ ਦਾ ਟਾਈਮ ਵਾਹਵਾ ਲੰਘ ਜਾਂਦਾ ਸੀ। ਭਾਈ ਦੀ ਸ਼ਰਤ ਉੱਡਦੀ ਤੇ ਮਾਂ ਦੇ ਰੋਕਦਿਆਂ 2-2 ਘੰਟੇ ਕੋਠੇ ਤੇ ਚੜ੍ਹੀ ਰਹਿੰਦੀ। ਕਬੂਤਰਾਂ ਦਾ ਪਾਣੀ ਬਦਲਦੀ, ਉਹਨਾਂ ਨੂੰ ਦਾਣਾ ਚੁਗਾਉਂਦੀ ਤੇ ਆਪਣੀ ਪਿਆਰੀ ਮਨਮੋਹਣੀ ਕਾਲੀ ਕਬੂਤਰੀ ਨੂੰ, ਜਿਹਦੀ ਮਖਮਲੀ ਗਰਦਨ ਤੇ 7 ਰੰਗ ਇੰਜ ਲਸ਼ਕਦੇ ਸੀ ਜਿਵੇਂ ਅਸਮਾਨ ਤੇ ਪੀਂਘ ਪਈ ਹੋਵੇ, ਆਪਣੀ ਰੋਟੀ ਦੇ ਭੋਰੇ ਤੋੜ ਪਾਉਂਦੀ। ਜਦੋਂ ਕਬੂਤਰ ਅੱਧਾ ਦਾਣਾ ਚੁਗ ਕੇ, ਖੰਭ ਖਿਲਾਰ ਕੇ, ਸਮੇਟ ਕੇ ਨੱਚਦੇ ਗੁਟਕਦੇ ਤੇ ਉਹਦੇ ਅੰਦਰ ਦੇ 7 ਸਮੁੰਦਰ ਉਬਾਲੇ ਖਾਂਦੇ ਤੇ ਅਣਗਿਣਤ ਸੱਪ ਲਹਿਰਾਂ ਬਨ ਖੜੇ ਹੋ ਕੂਕਦੇ ਤੇ ਸ਼ੂਕਦੇ ਤੇ ਸੱਪਾਂ ਦੇ ਮੂੰਹ ਚੋਂ ਚਿਗਿਆੜੇ ਨਿਕਲਦੇ ਤੇ ਉਹਦੇ ਬਾਹਰ ਰਹੇ। ਕਬੂਤਰੀਆਂ ਦੇ ਅੱਧ ਟੁੱਟੇ ਆਂਡੇ ਤੇ ਜ਼ਰਾ ਕਿਰਦੀ ਰਹੇ। ਤੇ ਜਦੋਂ ਮਾਂ ਨੇ ਬੇਬੀ ਨੂੰ ਕਹਿਣਾ, ਇਹ ਨਖੱਟੂ ਆਵਾਰਾ ਹੋ ਗਿਆ ਹੈ, ਇਹਦਾ ਵਿਆਹ ਨਾ ਕਰ ਦਈਏ, ਖਬਰੇ ਐਵੇਂ ਕਿਸੇ ਕੰਮ ਲੱਗ ਜਾਵੇ, ਰੰਨ ਦਾ ਭਾਰ ਪਿਆ ਤੇ ਤਕਲੇ ਤਰ੍ਹਾਂ ਸਿੱਧਾ ਹੋ ਜਾਏਗਾ। ਤੇ ਬੇਬੀ ਤਾੜੀਆਂ ਮਾਰ ਕੇ ਆਖਦੀ, ਅੰਮੀ ਬਸ 2-3 ਕਮੇਟੀਆਂ ਇਕੱਠੀਆਂ ਨਿਕਲ ਆਵਣ ਤੇ ਮੈਂ ਟਿਊਸ਼ਨ ਵੀ ਸ਼ੁਰੂ ਕਰ ਦਿਆਂਗੀ। ਫਿਰ ਇਹਨੂੰ ਸੁਨਹਿਰੀ ਜ਼ੰਜੀਰ ਪਾ ਦੇਣੀ ਹੈ। ਜਿਹੜਾ ਟਿੱਕਾ ਮੈਂ ਬਣਵਾਉਣਾ ਸੀ ਨਾ, ਉਹ ਵੀ ਮੈਂ ਇਹਦੀ ਵਹੁਟੀ ਨੂੰ ਦੇ ਦਿਆਂਗੀ। ਕਈ ਵਾਰੀ ਇਹੋ ਗੱਲ ਆਨੇ ਬਹਾਨੇ ਹੁੰਦੀ, ਪਰ ਹਰ ਵਾਰੀ ਜਦੋਂ ਬੇਬੀ ਸੌਣ ਲੱਗਦੀ ਤੇ ਅੰਨੇ ਖੂਹ ਵਿੱਚ ਲਟਕ ਜਾਂਦੀ। ਅੰਨਾ ਖੂਹ ਤੇ ਪੀਲਾ ਗੁਲਾਬ, ਹਾਂ ਪੀਲਾ ਗੁਲਾਬ, ਜਿਹੜਾ ਰੋਜ਼ ਬੇਬੀ ਦੇ ਸਿਰਹਾਣੇ ਥੱਲੇ ਮੁਰਝਾਇਆ ਰਹਿੰਦਾ ਤੇ ਲਹਿਰਾਂ ਤੇ ਸੱਪ ਤੇ ਹਰ ਸੱਪ ਦੇ ਮੂੰਹ ਚੋਂ ਉੱਡਦੇ ਚਿਗਿਆੜੇ। ਘਰ ਅਪੜੀ ਤੇ ਉਹਦਾ ਭਰਾ ਛਰਲੇ ਵਾਲੀ ਬੰਦੂਕ ਚੁੱਕ ਕੇ ਗਾਲਾਂ ਕੱਢ ਰਿਹਾ ਸੀ, ਸਾਲੀ ਨੂੰ ਗੋਲੀ ਮਾਰ ਦਿਆਂਗਾ। ਬੇਬੀ ਦੇ ਪੈਰ ਡੋਲੇ ਜਿਵੇਂ ਮੇਰਾ ਕਬੂਤਰ ਮਾਰਿਆ। ਸਭ ਤੋਂ ਸੋਹਣਾ ਭੁਲੱਖਾ ਸੀ, ਤਾਰਿਆਂ ਨਾਲ ਤਾਰਾ ਬਣ ਜਾਂਦਾ ਸੀ, ਲਹਿੰਦਾ ਨਹੀਂ ਸੀ। ਬੇਬੀ ਦੇ ਮੁਸ਼ਕੀ ਮੁਖੜੇ ਤੋਂ ਫਿਕਰ ਦੀ ਖਾਟ ਲੱਥੀ, ਦੂਜੀ ਚੜ੍ਹੀ। ਅੰਦਰ ਇੱਕ ਪਹਾੜ ਮੈਦਾਨ ਹੋਇਆ ਤੇ ਦੂਜਾ ਉੱਤੇ ਆ ਡਿੱਠਾ। ਪਰ ਮਿੰਟ ਵਿੱਚ ਵੀ ਉਹ ਫੇਰ ਉਹ ਹੱਸਦੀ ਖੇਡਦੀ ਬੇਬੀ ਬਣ ਗਈ। ਕਾਲੀ ਰਾਤ ਵਰਗੇ ਮੁਖੜੇ ਤੇ ਮੁਸਕਾਨਾਂ ਦੀ ਕਪਾਹ ਖਿੜ ਗਈ। ਕਿਉਂ ਐਵੇਂ ਨਾਸਾਂ ਫੁਲਾ ਕੇ ਸੁਲਤਾਨ ਰਾਈ ਤਰ੍ਹਾਂ ਬੜਕਾ ਮਾਰ ਰਿਹਾ ਹੈ? ਮਹੱਲੇ ਵਾਲੇ ਸਮਝਣਗੇ ਫੇਰ ਪੀ ਆਇਆ। ਬਾਜੀ ਮੈਂ ਜਾਨੂ ਮਾਰ ਦਿਆਂਗਾ। ਮੈਨੂੰ ਜਾਨੂ ਮਾਰ ਦੇਂਗਾ? ਉਹਨੇ ਚਿੰਤਾ ਤੇ ਮਜ਼ਾਕ ਦੇ ਰਲੇ ਮਿਲੇ ਜਜ਼ਬਿਆਂ ਨਾਲ ਪੁੱਛਿਆ। ਬਾਜੀ ਮੈਂ ਤੇ ਬਿੱਲੀ ਦੀ ਗੱਲ ਕਰ ਰਿਹਾ। ਬਿੱਲੀ ਨੂੰ ਮਾਰਨਾ ਗੁਨਾਹ ਹੈ। ਮੈਨੂੰ ਦੱਸ ਕਬੂਤਰ ਕਿਹੜਾ ਸੀ? ਉਹ ਕਸਤੂਰੀ ਪਲੱਖਾ ਸਾਬੁਨ ਦੀ ਝੱਗ ਵਰਗਾ। ਮੈਂ ਪਹਿਲੀ ਨੂੰ ਪੈਸੇ ਦਿਆਂਗੀ, ਤੂੰ ਹੋਰ ਲੈ ਆਵੀਂ। ਉਹਦੀ ਗਰਦਨ ਮੈਂ ਭੰਨੀ ਹੈ। ਉਹ ਹੱਸਦੀ ਹੋਈ ਬੋਲੀ,
ਤੇ ਮਾਂ ਨੇ ਹੈਰਾਨੀ ਨਾਲ ਰਾਸ਼ਦਾ ਦੀ ਗੁੱਤ ਛੱਡ ਕੇ ਪੁੱਛਿਆ, ਤੇਰਾ ਉਸ ਬੇਜ਼ਬਾਨ ਨੇ ਕਿਹੜਾ ਮਹਿਲ ਲੁੱਟਿਆ ਸੀ? ਸਾਨੂੰ ਨਹੀਂ ਪਤਾ, ਬੜਾ ਜ਼ਲੀਲ ਗੰਦੀ ਨਸਲ ਦਾ ਸੀ। ਆਪਣੀ ਕਾਲੀ ਕਬੂਤਰੀ ਨੂੰ ਛੱਡ ਕੇ ਹੁਣ ਉਸ ਗੁਲਾਬੀ ਝਾਂਜਰਾਂ ਵਾਲੀ ਚਿੱਟੀ ਮਗਰ ਚੱਕਰੀਆਂ ਖਾਂਦਾ ਸੀ ਜਿਹੜੀ 2 ਦਿਨ ਪਹਿਲਾਂ ਫੜੀ ਸੀ। ਅੰਮੀ ਹੱਸ ਕੇ ਰਾਸ਼ਦਾ ਦੀ ਗੁੱਤ ਕਰਨ ਲੱਗ ਪਈ। ਅੰਦਰ 7 ਸਮੁੰਦਰ ਤੇ ਸੱਪਾਂ ਦੇ ਮੂੰਹ ਵਿੱਚ ਉੜਦੇ ਚਿਗਿਆੜੇ, ਵਜੂਦ ਤੇ ਕਿਰਦੀ ਰੇਤ ਤੇ ਪੀਲਾ ਗੁਲਾਬ ਤੇ ਰੇਤ।